ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹੈ ਹਰਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਲੀਗਲ ਹੈਕਸ ਕੈਨੇਡਾ। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰੂੰਗਾ ਜੀ ਕੰਟਰੈਕਟ ਮੈਰਿਜਸ ਦੇ ਉੱਤੇ। ਇਹ ਇੱਕ ਡਿਟੇਲਡ ਐਨਾਲਿਸਿਸ ਹੋਊਗਾ। ਕੰਟਰੈਕਟ ਮੈਰਿਜ ਆਪਾਂ ਨੂੰ ਵੀ ਪਤਾ ਵੀ ਕਿੰਨਾ ਕੁ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਕਿਸ ਹੱਦ ਤੱਕ ਚੱਲ ਰਿਹਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿਸ ਹੱਦ ਤੱਕ ਚੱਲ ਰਿਹਾ। ਸੋ ਇਸ ਚੀਜ਼ ਨੂੰ ਲੈ ਕੇ ਮੈਂ ਗੱਲ ਕਰੂੰਗਾ ਤੇ ਵੀਡੀਓ ਨੂੰ ਮੈਂ ਡਿਵਾਈਡ ਕੀਤਾ ਹੈ ਜੀ ਬੇਸਿਕਲੀ 5 ਪਾਰਟਸ ਦੇ ਵਿੱਚ। ਪਹਿਲੀ ਗੱਲ ਆਪਣੀ ਆਊਗੀ ਕਿ ਕੰਟਰੈਕਟ ਮੈਰਿਜ ਹੁੰਦੀ ਕੀ ਹੈ ਤੇ ਕਿਉਂ ਕਰਦੇ ਆ ਲੋਕ ਇਹਨੂੰ। ਦੂਸਰੀ ਗੱਲ ਆਪਾਂ ਇਹ ਕਰਾਂਗੇ ਕਿ ਕੌਣ ਲੋਕ ਹੁੰਦੇ ਜਿਹੜੇ ਇਹ ਕੰਟਰੈਕਟ ਮੈਰਿਜ ਲਈ ਐਨਕਰੇਜ ਹੁੰਦੇ ਆ, ਉਹ ਇਹ ਇੱਕ ਆਪਸ਼ਨ ਚੂਜ਼ ਕਰਦੇ ਆ। ਤੀਸਰੀ ਗੱਲ ਆਪਾਂ ਕਰਾਂਗੇ ਜੀ ਕਿ ਇਸ ਚੀਜ਼ ਦਾ ਕੰਟਰੈਕਟ ਮੈਰਿਜ ਦਾ ਤੁਹਾਡੀ ਵੀਜ਼ਾ ਫਾਈਲ ਦੇ ਉੱਤੇ ਜਾਂ ਤੁਹਾਡੀ ਲਾਈਫ ਦੇ ਉੱਤੇ ਕੀ ਇੰਪੈਕਟ ਪੈਂਦਾ। ਚੌਥੀ ਗੱਲ ਤੇ ਆਪਾਂ ਗੱਲ ਕਰਾਂਗੇ ਜੀ ਕਿ ਇਹਦੇ ਕੀ ਕੈਨੇਡਾ ਇਮੀਗ੍ਰੇਸ਼ਨ ਤੇ ਕੀ ਇੰਪੈਕਟ ਆਉਣ ਜਾ ਰਿਹਾ। ਠੀਕ ਹੈ ਜੀ, ਬਈ ਕੈਨੇਡਾ ਇਮੀਗ੍ਰੇਸ਼ਨ ਕਿਸ ਤਰ੍ਹਾਂ ਨਾਲ ਮਤਲਬ ਸੌਖਾ ਹੋਊਗਾ ਜਾਂ ਔਖਾ ਹੋਊਗਾ, ਉਸ ਚੀਜ਼ ਨੂੰ ਲੈ ਕੇ ਮੈਂ ਗੱਲ ਕਰੂੰਗਾ। ਪੰਜਵੀਂ ਚੀਜ਼ ਜੋ ਆਪਾਂ ਗੱਲ ਕਰਾਂਗੇ ਫਾਈਨਲ ਦੇ ਵਿੱਚ ਉਹ ਇਹ ਹੈ ਕਿ ਇਹਦੇ ਸੋਲਿਊਸ਼ਨਸ ਕੀ ਹੈ। ਸੋ ਬੇਸਿਕਲੀ ਇਹ ਡਿਟੇਲਡ ਐਨਾਲਿਸਿਸ ਹੋਊਗਾ ਕੰਟਰੈਕਟ ਮੈਰਿਜ ਨੂੰ ਲੈ ਕੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕੋਈ ਇਮੀਗ੍ਰੇਸ਼ਨ ਕੰਸਲਟੈਂਟ, ICCRC ਮੈਂਬਰ ਜਾਂ ਇਮੀਗ੍ਰੇਸ਼ਨ ਲਾਇਰ ਨਹੀਂ ਹੈਗਾ। ਮੇਰੇ ਦਿੱਤੇ ਹੋਏ ਕਿਸੇ ਵੀ ਫੈਕਟ ਨੂੰ ਫੋਲੋ ਕਰਨ ਤੋਂ ਪਹਿਲਾਂ ਆਪਦੀ ਰਿਸਰਚ ਕਰਨਾ ਨਾ ਭੁੱਲਿਓ। ਇਸੇ ਛੋਟੇ ਜਿਹੇ ਮੈਸੇਜ ਨਾਲ ਸ਼ੁਰੂ ਕਰਦੇ ਹਾਂ ਇਹਦਾ ਵੀਡੀਓ। ਆਲਰਾਈਟ, ਸੋ ਗੱਲ ਜਿਹੜੀ ਆਪਾਂ ਸਭ ਤੋਂ ਪਹਿਲਾਂ ਕਰਦੇ ਹਾਂ ਕਿ ਕੰਟਰੈਕਟ ਮੈਰਿਜ ਹੁੰਦੀ ਕੀ ਹੈ। ਵੈਲ, ਇਹਨੂੰ ਕੋਈ ਲੋਕ ਕੰਟਰੈਕਟ ਮੈਰਿਜ ਕਹਿੰਦੇ ਆ, ਕੋਈ ਇਹਨੂੰ ਫਰੋਡ ਮੈਰਿਜਸ ਕਹਿੰਦੇ ਆ। ਇਹਨੂੰ ਮੈਂ ਫਰੋਡ ਮੈਰਿਜ ਨਾਲ ਹੀ ਐਡਰੈਸ ਕਰਦਾ। ਸੋ ਇਹ ਹੁੰਦੀ ਕੀ ਹੈ ਬੇਸਿਕਲੀ, ਜਦੋਂ ਇੱਕ ਵਿਆਹ ਹੁੰਦਾ ਹੈ ਨਾ, ਮਤਲਬ ਅੱਜ ਤੋਂ ਪਹਿਲਾਂ ਦੀ ਕੀ ਕਹਾਣੀ ਸੀ ਜਾਂ ਕੀ ਰਿਐਲਿਟੀ ਸੀ, ਕੀ ਮਤਲਬ ਸੀ ਵਿਆਹ ਦਾ, ਉਹ ਅੱਜ ਦੀ ਘੜੀ 'ਚ ਕੰਪਲੀਟਲੀ ਚੇਂਜ ਹੋ ਚੁੱਕਿਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ। ਪਹਿਲਾਂ ਕੀ ਸੋਚਿਆ ਜਾਂਦਾ ਸੀ ਕਿ ਵਿਆਹ ਇੱਕ ਦੋ ਜ਼ਿੰਦਗੀਆਂ ਦਾ, ਦੋ ਪਰਿਵਾਰਾਂ ਦਾ ਮਿਲਣ ਹੁੰਦਾ, ਦੋ ਪਰਿਵਾਰ ਇੱਕ ਹੁੰਦੇ ਆ। ਬਟ ਅੱਜ ਦੀ ਘੜੀ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਜੋ ਪਰਿਵਾਰ ਦੀ ਕਹਾਣੀ ਹੈ, ਉਹਨਾਂ ਲਈ ਵਿਆਹ ਦਾ ਕੀ ਮਤਲਬ ਹੈ ਕੈਨੇਡਾ ਦਾ ਵੀਜ਼ਾ ਲੈਣ ਦਾ ਜ਼ਰੀਆ। ਇੱਕ ਪਾਰਟੀ ਆਇਲਸ ਕਰ ਲੈਂਦੀ ਹੈ, ਦੂਜੀ ਪਾਰਟੀ ਪੈਸੇ ਲਾ ਦਿੰਦੀ ਹੈ ਇਸ ਵਾਸਤੇ ਕਿ ਸਾਡੇ ਮੁੰਡੇ ਨੂੰ ਇਹ ਬਾਹਰ ਲੈ ਜਾਊਗੀ, ਤਾਂ ਕਰਕੇ ਉਹ ਵਿਆਹ ਕਰ ਦਿੰਦੇ ਆ ਜਿਹਦੇ ਵਿੱਚ ਕਿ ਮੁੰਡਾ ਕੁੜੀ ਨੂੰ ਨਹੀਂ ਜਾਣਦਾ, ਕੁੜੀ ਮੁੰਡੇ ਨੂੰ ਨਹੀਂ ਜਾਣਦੀ। ਇੱਥੋਂ ਤੱਕ ਕਿ ਪਰਿਵਾਰ ਵੀ ਆਪਸ 'ਚ ਇੱਕ ਦੂਜੇ ਨੂੰ ਨਹੀਂ ਜਾਣਦੇ, ਰਿਸ਼ਤੇ ਕਰਾਉਂਦੇ ਆ ਇਮੀਗ੍ਰੇਸ਼ਨ ਏਜੰਟਸ। ਸੋ ਇਹ ਚੱਲਣ ਕਾਫੀ ਤੇਜ਼ੀ ਨਾਲ ਵੱਧ ਰਿਹਾ ਹੈ ਪੰਜਾਬ ਦੇ ਵਿੱਚ। ਬਟ ਰੀਸੈਂਟ ਕੁਛ ਕੇਸਿਸ ਦੇ ਵਿੱਚ ਜਿਵੇਂ ਇਹ ਹੁਣ ਸੋਸ਼ਲ ਮੀਡੀਆ ਮੂਹਰੇ ਹਾਈਲਾਈਟ ਹੋਣੇ ਸ਼ੁਰੂ ਹੋਏ ਤਾਂ ਕਾਫੀ ਚਰਚਾ ਦੇ ਵਿੱਚ ਇਹ ਚੀਜ਼ਾਂ ਆ ਗਈਆਂ। ਸੋ ਇਹ ਇਹੋ ਜਿਹੇ ਮੈਰਿਜਸ ਨੂੰ ਆਪਾਂ ਕਹਿੰਦੇ ਆ ਜੀ ਕੰਟਰੈਕਟ ਮੈਰਿਜ। ਮਤਲਬ ਇਹ ਕੰਟਰੈਕਟ ਹੋ ਗਿਆ ਕਿ ਤੁਸੀਂ ਸਾਡੇ ਜਵਾਕ ਨੂੰ ਕੈਨੇਡਾ ਬੁਲਾਓਗੇ, ਇਸ ਸ਼ਰਤ 'ਤੇ ਅਸੀਂ ਵਿਆਹ ਕਰ ਦਿੰਦੇ ਹਾਂ। ਇੱਕ ਤਰ੍ਹਾਂ ਦਾ ਇਹ ਕੰਟਰੈਕਟ ਹੈ। ਸੋ ਇਹਨੂੰ ਕੰਟਰੈਕਟ ਮੈਰਿਜ ਕਹਿੰਦੇ। ਜੇ ਇਹਨੂੰ ਤੁਸੀਂ ਫਰੋਡ ਮੈਰਿਜ ਆਖੋਗੇ ਤਾਂ ਵੀ ਗਲਤ ਨਹੀਂ ਹੈ, ਹੈ ਨਾ, ਕਿਉਂਕਿ ਇੱਥੇ ਇੱਕ ਤਰ੍ਹਾਂ ਨਾਲ ਆਪਾਂ ਫਰੋਡ ਕਰ ਰਹੇ ਹਾਂ। ਹੁਣ ਦੂਸਰਾ ਜਿਹੜਾ ਮੁੱਦਾ ਆ ਗਿਆ, ਦੂਸਰਾ ਪਹਿਲੂ ਹੈ ਉਹ ਕਿ ਕਰਦੇ ਕੌਣ ਆ ਇਹ, ਜਾਂ ਲੋਕ ਕਿਉਂ ਇਹਨੂੰ ਇੱਕ ਆਪਸ਼ਨ ਚੂਜ਼ ਕਰਦੇ ਆ। ਜਿਹੜੇ ਇਹਨੂੰ ਜੱਜ ਕਰਦੇ ਆ, ਹੈ ਨਾ, ਮੈਂ ਇੱਕ ਉਹ ਲੋਕਾਂ ਦੀ ਨਜ਼ਰੀਏ ਤੋਂ ਵੀ ਦੱਸੂੰਗਾ ਤੇ ਇੱਕ ਇਮੀਗ੍ਰੇਸ਼ਨ ਨਜ਼ਰੀਏ ਤੋਂ ਵੀ ਦੱਸੂੰਗਾ। ਸੋ ਜੇ ਆਪਾਂ ਇਹਨੂੰ ਓਵਰਆਲ ਗੱਲ ਕਰੀਏ ਤਾਂ ਇਹਦੇ 3-4 ਤਰ੍ਹਾਂ ਦੀਆਂ ਕੈਟੇਗਰੀਜ਼ ਆਉਂਦੀਆਂ। ਪਹਿਲੀ ਕੈਟੇਗਰੀ ਇਹ ਆ ਗਈ ਜੀ ਕਿ ਮੰਨ ਲਓ ਬਈ ਪਿਓਰਲੀ ਕੰਟਰੈਕਟ ਬੇਸਡ ਮੈਰਿਜ ਹੈ। ਠੀਕ ਹੈ, ਜਿਹਦੇ ਵਿੱਚ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਮੁੰਡਾ ਕੁੜੀ ਨੂੰ ਨਹੀਂ ਜਾਣਦਾ, ਕੁੜੀ ਮੁੰਡੇ ਨੂੰ ਨਹੀਂ ਜਾਣਦੀ। ਸੋ ਉਸੇ ਤਰ੍ਹਾਂ ਨਾਲ ਜਦੋਂ ਇੱਕ ਪੈਸੇ ਦਾ ਲੈਣ ਦੇਣ ਕਰਕੇ ਆਪਾਂ ਵਿਆਹ ਕਰ ਲੈਂਦੇ ਹਾਂ, ਕੁੜੀ ਉੱਥੇ ਆ ਕੇ ਬਦਲ ਜਾਂਦੀ ਹੈ। ਬਦਲ ਕਿਉਂ ਜਾਂਦੀ ਹੈ? ਕਿਉਂਕਿ ਜਦੋਂ ਮੁੰਡਾ ਉਹਨੂੰ ਪਸੰਦ ਨਹੀਂ ਸੀ, ਸਿਰਫ ਪੈਸੇ ਦੀ ਝਾਕ 'ਚ ਉਹਨਾਂ ਨੇ ਵਿਆਹ ਕੀਤਾ ਸੀ, ਹੈ ਨਾ, ਕੁੜੀ ਦੀ ਉੱਥੇ ਆ ਕੇ ਕੰਪਲੀਟਲੀ ਇੰਟੈਂਸ਼ਨ ਚੇਂਜ ਹੋ ਜਾਂਦੀ ਹੈ ਕਿ ਮੈਂ ਉੱਥੇ ਨਹੀਂ ਬੁਲਾਉਣਾ ਚਾਹੁੰਦੀ ਹੈ, ਮੈਂ ਨਹੀਂ ਬੁਲਾ ਸਕਦੀ। ਉਹ ਕੋਈ ਹੋਰ ਮੁੰਡਾ ਭਾਲ ਲੈਂਦੀ ਹੈ। ਸੋ ਉਹਨਾਂ ਦਾ ਉੱਥੇ ਰਿਲੇਸ਼ਨ ਸ਼ੁਰੂ ਹੋ ਜਾਂਦਾ। ਸੋ ਮਗਰ ਮੁੰਡੇ ਨੂੰ ਉਵੇਂ ਛੱਡ ਦਿੰਦੀ ਹੈ। ਪਹਿਲੀ ਕੈਟੇਗਰੀ ਆ ਗਈ ਇਹ। ਦੂਸਰੀ ਕੈਟੇਗਰੀ ਕਿਹੜੀ ਆ ਗਈ? ਮੰਨ ਲਓ ਜਿਹਦੇ ਵਿੱਚ ਮੁੰਡੇ ਗਲਤ ਹੁੰਦੇ ਆ। ਹੁਣ ਆਪਾਂ ਇਹ ਨਹੀਂ ਕਹਿੰਦੇ ਕਿ ਹਰ ਕੇਸ ਦੇ ਵਿੱਚ ਕੁੜੀ ਗਲਤ ਹੈ, ਨਾ, ਕੁਛ ਕੇਸਾਂ ਦੇ ਵਿੱਚ ਮੁੰਡੇ ਵੀ ਗਲਤ ਹੁੰਦੇ ਆ। ਹੁਣ ਮੁੰਡੇ ਕਿਸ ਤਰ੍ਹਾਂ ਨਾਲ ਗਲਤ ਹੋ ਸਕਦੇ? ਕਿਸੇ ਮੁੰਡੇ ਦੀ ਇੰਡੀਆ ਵਿੱਚ ਮੈਰਿਜ ਹੋਈ ਹੈ, ਠੀਕ ਹੈ, ਉਹ ਕੈਨੇਡਾ ਚਲਾ ਗਿਆ, ਉੱਥੇ ਆ ਕੇ ਉਹ ਕਿਸੇ ਕੁੜੀ ਦੇ ਨਾਲ ਰਿਲੇਸ਼ਨ 'ਚ ਆ ਗਿਆ, ਜਾਂ ਮੰਨ ਲਓ ਜਿਵੇਂ ਗਰਲਫ੍ਰੈਂਡ ਬਣ ਗਈ, ਹੈ ਨਾ, ਸੋ ਲਿਵਿੰਗ ਸ਼ੁਰੂ ਹੋ ਗਿਆ। ਉਦੋਂ ਬਾਅਦ 'ਚੋਂ, ਹੈ ਨਾ, ਉਹ ਐਕਸਟਰਾ ਮੈਰਿਟਲ ਅਫੇਅਰਸ ਮਤਲਬ ਸ਼ੁਰੂ ਹੋ ਗਏ। ਸੋ ਜਦੋਂ ਐਕਸਟਰਾ ਮੈਰਿਟਲ ਅਫੇਅਰਸ ਆ ਜਾਂਦੇ ਆ ਨਾ ਮੁੰਡਿਆਂ ਦੇ, ਤਾਂ ਪਿੱਛੇ ਬੈਕ ਹੋਮ ਫੈਮਿਲੀ ਜਿਹੜੀ ਹੁੰਦੀ ਆ ਉਹ ਭੁੱਲਣਾ ਸ਼ੁਰੂ ਕਰ ਦਿੰਦੀ ਆ। ਤਾਂ ਉਸ ਕੇਸ ਦੇ ਵਿੱਚ ਮੁੰਡਾ ਵੀ ਹੋ ਸਕਦਾ ਆਪਦੀ ਘਰ ਵਾਲੀ ਨੂੰ ਨਾ ਬੁਲਾਵੇ। ਜਿਹੜੀ ਤੀਸਰੀ ਕੈਟੇਗਰੀ ਆ ਗਈ ਉਹ ਲੋਕਾਂ ਦੀ ਹੁੰਦੀ ਹੈ ਜਿਹੜੇ ਕਹਿੰਦੇ ਆ ਕਿ ਜੀ ਅਸੀਂ ਪੜ੍ਹੇ ਲਿਖੇ ਨਹੀਂ ਹੈਗੇ। ਮਤਲਬ
ਉਹਨਾਂ ਦੀ ਫਾਈਲ ਦੇ ਵਿੱਚ ਕੋਈ ਨਾ ਕੋਈ ਲੂਪ ਹੋਲ ਹੁੰਦਾ, ਜਿਵੇਂ ਕਿ ਉਹਨਾਂ ਨੇ ਕੋਈ ਆਇਲਸ ਨਹੀਂ ਕਰ ਸਕਦਾ ਹੁੰਦਾ, ਜਾਂ ਕਿਸੇ ਕੋਲ ਇੰਨਾ ਪੈਸਾ ਨਹੀਂ ਹੁੰਦਾ ਕਿ ਉਹ ਅਫੋਰਡ ਕਰ ਸਕੇ ਕੈਨੇਡਾ ਦਾ ਸਟੂਡੈਂਟ ਵੀਜ਼ਾ, ਹੈ ਨਾ। ਸੋ ਤੀਸਰੀ ਕੈਟੇਗਰੀ ਆ ਗਈ ਇਸ ਤਰ੍ਹਾਂ ਦੀ। ਅਤੇ ਜਿਹੜੀ ਚੌਥੀ ਕੈਟੇਗਰੀ ਆ ਗਈ, ਉਹਦੇ ਵਿੱਚ ਕੀ ਹੁੰਦਾ ਕਿ ਮੰਨ ਲਓ ਬਈ ਮੁੰਡਾ ਵੀ ਸਹੀ ਹੈ, ਕੁੜੀ ਵੀ ਸਹੀ ਹੈ, ਫਾਈਲ ਵੀ ਦੋਵਾਂ ਦੀ ਮਤਲਬ ਜੈਨੂਨ ਹੈ ਨਾ। ਇੱਕ ਇਹ ਵੀ ਨਜ਼ਰੀਆ ਹੈਗਾ ਇਸ ਚੀਜ਼ ਨੂੰ ਦੇਖਣ ਦਾ। ਜਿਵੇਂ ਅੱਜ ਕੱਲ੍ਹ ਕੋਵਿਡ ਕਰਕੇ ਕਾਫੀ ਇਮੀਗ੍ਰੇਸ਼ਨ 'ਚ ਹਲਚਲ ਹੋ ਰਹੀ ਹੈ, ਕਾਫੀ ਸਲੋ ਹੋ ਰਿਹਾ ਪ੍ਰੋਸੈਸ, ਹੈ ਨਾ। ਇਹਦੇ ਵਿੱਚ ਕੀ ਹੁੰਦਾ, ਮੰਨ ਲਓ ਬਈ ਕੁੜੀ ਦੀ ਇੰਟੈਂਸ਼ਨ ਸਹੀ ਹੈ ਬਟ ਉਹ ਫਾਈਲ ਲੱਗ ਨਹੀਂ ਰਹੀ, ਹੈ ਨਾ। ਮਤਲਬ ਆਈ ਨਹੀਂ ਮੈਂ ਕਹਿ ਰਿਹਾ ਕਿ ਹਰ ਕੇਸ ਇਹੋ ਜਿਹਾ ਹੋਊਗਾ, ਇਟ ਇਜ਼ ਜਸਟ ਕਿ ਇੱਕ ਇਹਦਾ ਇਹ ਵੀ ਐਂਗਲ ਹੈਗਾ, ਹੈ ਨਾ। ਹੁਣ ਮੰਨ ਲਓ ਵੀ ਕੇਸ ਲੱਗ ਨਹੀਂ ਰਿਹਾ ਲੋਕਡਾਊਨ ਕਰਕੇ, ਜਿਵੇਂ ਪ੍ਰੋਵਿੰਸਿਸ ਵਿੱਚ ਲੋਕਡਾਊਨ ਲੱਗ ਜਾਂਦਾ, ਉਹਦੇ ਕਰਕੇ ਹੋ ਸਕਦਾ ਉਹਦੇ ਡਾਕੂਮੈਂਟਸ ਪੂਰੇ ਨਾ ਹੁੰਦੇ ਹੋਣ, ਜਾਂ XYZ ਕੋਈ ਵੀ ਰੀਜ਼ਨ ਹੋ ਸਕਦਾ, ਹੈ ਨਾ। ਸੋ ਮੰਨ ਲਓ ਡਾਕੂਮੈਂਟੇਸ਼ਨਸ 'ਚ ਪ੍ਰੋਬਲਮ ਆ ਰਹੀ ਹੈ, ਜੋ ਵੀ ਸਿਚੁਏਸ਼ਨ ਚੱਲ ਰਹੀ ਹੈ ਕੋਵਿਡ ਕਰਕੇ, ਬਟ ਬੈਕ ਹੋਮ ਫੈਮਿਲੀ ਸਮਝਦੀ ਹੈ ਕਿ ਉਹਦੀ ਇੰਟੈਂਸ਼ਨ ਗਲਤ ਹੈ ਨਾ। ਸੋ ਦਿਸ ਕੁਡ ਬੀ ਆਲਸੋ ਵਨ ਆਫ ਦੀ ਰੀਜ਼ਨਸ ਕਿ ਕਿਉਂ ਨਹੀਂ ਸਪੋਂਸਰ ਕਰ ਪਾ ਰਹੇ। ਸੋ ਹੁਣ ਜਿਹੜਾ ਆਪਣਾ ਤੀਸਰਾ ਇਹਦੇ 'ਚ ਪੁਆਇੰਟ ਆ ਗਿਆ ਜੀ ਕਿ ਫਾਈਲ 'ਤੇ ਕੀ ਇੰਪੈਕਟ ਪੈਂਦਾ, ਇਹ 'ਤੇ ਲਾਈਫ 'ਤੇ ਕੀ ਇੰਪੈਕਟ ਪੈਂਦਾ। ਫਰੋਡ ਮੈਰਿਜ ਵਿਦਿਨ ਇਟਸੈਲਫ ਇੱਕ ਗਲਤ ਚੀਜ਼ ਹੈ, ਇੱਕ ਇਲੀਗਲ ਚੀਜ਼ ਹੈ ਨਾ। ਜੇ ਤੁਸੀਂ ਇਹਨੂੰ ਕਰਦੇ ਹੋ ਤਾਂ ਤੁਸੀਂ ਮਤਲਬ ਸਿੱਧਾ ਕੋਈ ਇਲੀਗਲ ਕੰਮ ਕਰ ਰਹੇ ਹੋ। ਜਿਹਨੂੰ ਮੈਂ ਲੀਗਲ ਭਾਸ਼ਾ 'ਚ ਕਹਾਂ, ਮਤਲਬ ਮੈਂ ਜਿਵੇਂ ਕਿ ਦੱਸਦਾ ਕਿ ਮੈਂ ਇਮੀਗ੍ਰੇਸ਼ਨ ਲਾਇਰ ਨਹੀਂ ਹੈਗਾ, ਬਟ ਜਿੰਨੀ ਕੁ ਵੀ ਮੇਰੀ ਅੰਡਰਸਟੈਂਡਿੰਗ ਹੈ ਜਾਂ ਮੇਰਾ ਐਕਸਪੀਰੀਅੰਸ ਹੈਗਾ, ਜਦੋਂ ਤੁਸੀਂ ਅੰਬੈਸੀ ਨੂੰ ਕਿਤੇ ਵੀ ਇਹ ਜ਼ਾਹਿਰ ਕਰਤਾ ਜਾਂ ਤੁਸੀਂ ਨਾ ਚਾਹੁੰਦੇ ਹੋਏ ਵੀ ਉਹਨਾਂ ਨੂੰ ਜ਼ਾਹਿਰ ਹੋ ਗਿਆ ਇਹ ਚੀਜ਼ ਕਿ ਤੁਹਾਡੀ ਮੈਰਿਜ ਫਰੋਡ ਹੈ ਜਾਂ ਕੌਂਟਰੈਕਟ ਮੈਰਿਜ ਹੈ, ਤੁਹਾਡਾ ਸਟ੍ਰੇਟ ਅਵੇ ਵੀਜ਼ਾ ਰਿਫਿਊਜ਼ਲ ਹੈ। ਅਤੇ ਜੇ ਤੁਸੀਂ ਇਸ ਚੀਜ਼ ਨੂੰ ਲੈ ਕੇ ਗਲਤ ਡਾਕੂਮੈਂਟਸ ਲਾਏ ਹੈ, ਜਾਲੀ ਡਾਕੂਮੈਂਟਸ ਲਾਏ ਹੈ, ਤਾਂ ਉਸ ਕੇਸ ਦੇ ਵਿੱਚ ਸਿੱਧਾ ਬੈਨ ਹੈ। ਅਤੇ ਜੇ ਬੈਨ ਲੱਗ ਜਾਂਦਾ ਤਾਂ ਮੰਨ ਲਓ ਬਈ ਵਾਈਫ ਨੇ ਜਾਣਾ ਉੱਥੇ ਅਤੇ ਹਸਬੈਂਡ ਡਿਪੈਂਡੈਂਟ ਹੈ, ਠੀਕ ਹੈ। ਜੇ ਮੰਨ ਲਓ ਹਸਬੈਂਡ ਦੇ ਕੇਸ 'ਤੇ ਬੈਨ ਲੱਗ ਗਿਆ ਤਾਂ ਵਾਈਫ ਨੂੰ ਵੀ ਹੋ ਸਕਦਾ ਇਨ ਫਿਊਚਰ PR ਦੇ ਵਿੱਚ ਦਿੱਕਤ ਆਊਗੀ, ਉਹ PR ਨਹੀਂ ਹੋ ਸਕਦੀ। ਸੋ ਇਸ ਚੀਜ਼ ਨੂੰ ਮੈਂ 99.9% ਸ਼ੋਰ ਹਾਂ, ਬਟ 100% ਮੈਂ ਕਦੇ ਨਹੀਂ ਕਹਿੰਦਾ, ਕਿਉਂਕਿ ਮੈਂ ਖੁਦ ਆਥੋਰਾਈਜ਼ਡ ਪਰਸਨ ਨਹੀਂ ਹੈਗਾ। ਬਟ ਦਿਸ ਇਜ਼ ਆਲਸੋ ਦੀ ਰਿਐਲਿਟੀ। ਤੁਸੀਂ ਜਿਹੜੇ ਇਸ ਚੀਜ਼ ਦੇ ਵਿੱਚ ਲਾਇਸੈਂਸ ਹੋਲਡ ਕਰਦੇ ਆ, ਜਿਵੇਂ ਕਿ ਇਮੀਗ੍ਰੇਸ਼ਨ ਲਾਇਰਸ ਹੋ ਗਏ, ਤੁਸੀਂ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ, ਠੀਕ ਹੈ। ਦਿੱਕਤ ਆਊਗੀ। ਹਾਂ, ਇਹ ਹੋ ਸਕਦਾ ਕਿ ਮੰਨ ਲਓ ਬਈ ਸਟੂਡੈਂਟ ਵੀਜ਼ਾ, ਜੇ ਉਹ ਟੈਂਪਰੇਰੀ ਰੈਜ਼ੀਡੈਂਟ ਰਹਿਣਾ ਚਾਹੁੰਦੀ ਹੈ, ਹੈ ਨਾ ਬਈ, ਮੰਨ ਲਓ ਉਹ PR ਅਪਲਾਈ ਹੀ ਨਹੀਂ ਕਰਦੀ, ਮੰਨ ਲਓ ਸਟੂਡੈਂਟ ਵੀਜ਼ਾ ਟੂ ਸਟੂਡੈਂਟ ਵੀਜ਼ਾ ਐਕਸਟੈਂਡ ਕਰਦੀ ਹੈ, ਸਟੂਡੈਂਟ ਵੀਜ਼ਾ ਟੂ ਵਰਕ ਪਰਮਿਟ ਐਕਸਟੈਂਡ ਕਰਦੀ ਹੈ, ਵਰਕ ਪਰਮਿਟ ਟੂ ਵਰਕ ਪਰਮਿਟ ਐਕਸਟੈਂਡ ਕਰਦੀ ਹੈ ਨਾ। ਸੋ ਇਹਨਾਂ ਕੇਸਿਸ ਦੇ ਵਿੱਚ ਨਹੀਂ ਹੋ ਸਕਦਾ ਨਾ ਹੋਵੇ ਦਿੱਕਤ, ਬਟ PR ਨਹੀਂ ਹੋ ਸਕਦੀ ਜਿੰਨੀ ਦੇਰ ਤੱਕ ਹਸਬੈਂਡ 'ਤੇ ਬੈਨ ਹੈ। ਸੋ ਇਹ ਵੀ ਇੱਕ ਐਂਗਲ ਹੈ ਨਾ ਇਸ ਚੀਜ਼ ਨੂੰ ਦੇਖਣ ਦਾ। ਇਹ ਇੱਕ ਲੀਗਲ ਪਰਸਪੈਕਟਿਵ ਹੈ ਕਿ ਕਿਉਂ ਇਹ ਖਤਰਨਾਕ ਹੈ। ਅਤੇ ਲਾਈਫ ਦੇ ਉੱਤੇ ਜੇ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਇਸ ਕੌਂਟਰੈਕਟ ਮੈਰਿਜ ਕਰਕੇ ਬਰਬਾਦ ਹੋ ਗਈ। ਮੰਨ ਲਓ ਬਈ ਆਪਾਂ ਜਿਵੇਂ ਆਪਾਂ ਨੂੰ ਫਸਟ ਡੇ ਤੋਂ ਪਤਾ ਹੁੰਦਾ ਕਿ ਇਹ ਇਲੀਗਲ ਚੀਜ਼ ਹੈ, ਹੈ ਨਾ। ਉਹਦੇ ਵਿੱਚ ਆਪਾਂ ਪੈਸਾ ਵੀ ਫਸਾ ਲੈਂਦੇ ਹਾਂ, ਫਿਰ ਆਪਾਂ ਕੱਲ੍ਹ ਨੂੰ ਮਤਲਬ ਇਹ ਆਸ ਰੱਖਦੇ ਹਾਂ ਕਿ ਆਪਣਾ ਪੈਸਾ ਨਿਕਲ ਜੇ, ਹੋ ਸਕਦਾ ਪੈਸਾ ਡੁੱਬ ਜੇ, ਠੀਕ ਹੈ। ਜਾਂ ਇਹ ਵੀ ਹੋ ਸਕਦਾ ਮੰਨ ਲਓ ਵੀ ਅਣਬਣ ਹੋ ਗਈ, ਜਾਂ ਕੱਲ੍ਹ ਨੂੰ ਕੁੜੀ ਮੁੰਡੇ ਨੂੰ ਵੀ ਕਿਸੇ ਤਰ੍ਹਾਂ ਨਾਲ ਉੱਥੇ ਫਸਾ ਸਕਦੀ ਹੈ, ਜਾਂ ਮੁੰਡਾ ਕੁੜੀ ਨੂੰ ਫਸਾ ਸਕਦਾ, ਕਿਵੇਂ ਵੀ, ਹੈ ਨਾ। ਮਤਲਬ ਡਾਈਵੋਰਸ ਤਾਂ ਬਹੁਤ ਕਾਮਨ ਚੀਜ਼ ਹੈ। ਇੱਥੋਂ ਤੱਕ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਪੇਰੈਂਟਸ ਆਪ ਕਹਿੰਦੇ ਆ ਕਿ ਯਾਰ ਤੂੰ ਸਾਡੇ ਮੁੰਡੇ ਨੂੰ ਲੈ ਜਾ ਉੱਥੇ, ਭਲਾ ਤਲਾਕ ਦੇ ਦਿਓ, ਹੈ ਨਾ। ਸੋ ਜਦੋਂ ਇਹਨਾਂ ਦੀ ਮਤਲਬ ਕਾਉਂਸਲਿੰਗ ਹੁੰਦੀ ਹੈ, ਜਦੋਂ ਇਹ ਫਰੋਡ ਮੈਰਿਜ ਲਈ ਇਹਨਾਂ ਨੂੰ ਇਨਕਰੇਜ ਕਰਦੇ ਆ ਏਜੰਟਸ, ਤਾਂ ਸਿੱਧੀ ਇਹ ਗੱਲ ਕਹਿੰਦੇ ਆ ਕਿ ਤੁਹਾਡਾ ਕੰਮ ਪਹੁੰਚਣਾ, ਪਹੁੰਚ ਕੇ ਤਲਾਕ ਦੇ ਦਿਓ। ਸੋ ਇਹ ਚੀਜ਼ਾਂ ਮੈਨੂੰ ਮਤਲਬ ਬਹੁਤ ਗਲਤ ਲੱਗਦੀਆਂ, ਕਿਉਂਕਿ ਹੈ ਨਾ ਜਿਹੜੀ ਚੀਜ਼ ਦੀ ਆਪਾਂ ਫਾਊਂਡੇਸ਼ਨ ਹੀ ਇੱਥੇ ਇਸ ਚੀਜ਼ 'ਤੇ ਰੱਖ ਰਹੇ ਹਾਂ ਕਿ ਤੁਸੀਂ ਜਾਣਸਾਰ ਡਾਈਵੋਰਸ ਦੇ ਦਿਓ, ਜਾਂ ਇੱਕ ਆਪਾਂ ਮਤਲਬ ਐਡੇ ਪਵਿੱਤਰ ਰਿਸ਼ਤੇ ਦੀ ਨੀਂਹ ਹੀ ਆਪਾਂ ਕੌਂਟਰੈਕਟ 'ਤੇ ਰੱਖੀ ਜਾਂਦੇ ਹਾਂ ਕਿ ਪੈਸੇ ਦਾ ਲੈਣ ਦੇਣ ਕਰਕੇ ਤੁਸੀਂ ਕਰ ਲਓ। ਸੋ ਸੋਸਾਇਟੀ ਵਾਸਤੇ ਵੀ ਬਹੁਤ ਇਹ ਗਲਤ ਚੀਜ਼ ਹੈ। ਇਹਨੂੰ ਮੈਂ ਕਿਸੇ ਵੀ ਤਰ੍ਹਾਂ ਨਾਲ ਪ੍ਰਮੋਟ ਨਹੀਂ ਕਰਦਾ। ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਜਿਹੜੇ ਇੰਪੈਕਟ ਹੈ ਕੈਨੇਡਾ ਇਮੀਗ੍ਰੇਸ਼ਨ 'ਤੇ ਕੀ ਹੋਣ ਜਾ ਰਹੇ ਹੈ। ਹੁਣ ਇਸ ਚੀਜ਼ ਨੂੰ ਤੁਹਾਨੂੰ ਸਮਝਣਾ ਪਊਗਾ ਕਿ ਮੰਨ ਲਓ ਇੱਕ
ਮੰਨ ਲਓ ਮੇਨ ਐਪਲੀਕੈਂਟ ਜੇ ਕੈਨੇਡਾ ਸਪਾਊਸ ਇੱਥੇ ਹੈ ਤਾਂ ਉਹ ਐਡਾ ਸੌਖਾ ਨਹੀਂ ਹੈਗਾ। ਜੇ ਕੱਲ੍ਹ ਨੂੰ ਤੁਸੀਂ ਆਖੋ ਕਿ ਜੀ ਸਾਡੇ ਮੁੰਡੇ ਨੂੰ ਨਹੀਂ ਸੱਦਿਆ ਤਾਂ ਕਰਕੇ ਅਸੀਂ ਕੁੜੀ ਡਿਪੋਰਟ ਕਰ ਲਈਏ, ਐਡਾ ਸੌਖਾ ਐਡਾ ਸਿੰਪਲ ਪ੍ਰੋਸੈਸ ਇਹ ਨਹੀਂ ਹੈਗਾ, ਕਿਉਂਕਿ ਇੰਟਰਨੈਸ਼ਨਲ ਬੋਰਡਰਸ ਦਾ ਜੋ ਵੀ ਇਹ ਮਾਮਲਾ ਉਹ ਆ ਗਿਆ। ਠੀਕ ਹੈ, ਜੇ ਵਿਦਿਨ ਕੰਟਰੀ ਹੋਵੇ ਤਾਂ ਤੁਸੀਂ ਆਸ ਕਰ ਸਕਦੇ ਹੋ ਕਿ ਸੌਖਾ ਨਿਪਟ ਜੂਗਾ, ਬਟ ਜਦੋਂ ਇੰਟਰਨੈਸ਼ਨਲ ਬੋਰਡਰਸ ਜਾਂ ਦੋ ਕੰਟਰੀਜ਼ ਇਨਵੋਲਵ ਹੋ ਜਾਣ ਤਾਂ ਇੰਡੀਆ ਦਾ ਲੋ ਸੈਪਰੇਟ ਹੈ, ਕੈਨੇਡਾ ਦਾ ਲੋ ਸੈਪਰੇਟ ਹੈ, ਹੈ ਨਾ। ਸੋ ਦੋਵੇਂ ਚੀਜ਼ਾਂ ਕਲੈਸ਼ ਕਰਦੀਆਂ ਕਿਤੇ ਨਾ ਕਿਤੇ, ਤਾਂ ਕੰਪਲੀਕੇਟ ਪ੍ਰੋਸੈਸ ਇਹ ਹੋ ਜਾਂਦਾ। ਸੋ ਤੁਸੀਂ ਐਂ ਨਹੀਂ ਹੈਗਾ ਕਿ ਜੇ ਮੰਨ ਲਓ ਉੱਥੇ ਜਾ ਕੇ ਐਪਲੀਕੈਂਟ ਮੁੱਕਰ ਗਿਆ ਹੈ ਨਾ, ਜਾਂ ਤੁਹਾਡਾ ਸਪਾਊਸ ਮੁੱਕਰ ਗਿਆ, ਤੁਸੀਂ ਸਟ੍ਰੇਟ ਅਵੇ ਕਰ ਲਓਗੇ। ਬਟ ਇਸ ਚੀਜ਼ ਦਾ ਇੰਪੈਕਟ ਆਉਂਦਾ ਕੀ ਹੈ, ਜੋ ਰਿਐਲਿਟੀ ਹੈ ਅਤੇ ਜੋ ਆਊਗਾ ਵੀ, ਉਹ ਇਹ ਹੈ ਕਿ ਇਮੀਗ੍ਰੇਸ਼ਨ ਔਖੀ ਹੋ ਜਾਊਗੀ। ਇਮੀਗ੍ਰੇਸ਼ਨ ਔਖੀ ਕਿਉਂ ਹੋਊਗੀ? ਹੁਣ ਇਸ ਚੀਜ਼ ਦਾ ਜੋ ਕੈਨੇਡਾ ਇਮੀਗ੍ਰੇਸ਼ਨ ਨੂੰ ਸਮਝਦੇ ਆ, ਇਹਦੇ 'ਤੇ ਸੀਰੀਅਸ ਕਾਉਂਸਲਿੰਗ ਕਰਦੇ ਆ, ਇਹਨੂੰ ਪੜ੍ਹਦੇ ਆ, ਇਹਨੂੰ ਮਤਲਬ ਪੈਸ਼ਨੇਟਲੀ ਇਹਦੇ 'ਤੇ ਕੰਮ ਕਰਦੇ ਆ, ਹੈ ਨਾ, ਉਹ ਸਾਰੇ ਲੋਕਾਂ ਨੂੰ ਇਸ ਚੀਜ਼ ਬਾਰੇ ਪਤਾ ਕਿ ਇਮੀਗ੍ਰੇਸ਼ਨ ਔਖੀ ਹੋਊਗੀ ਸਪਾਊਸ ਦੀ ਡੈਫੀਨੇਟਲੀ। ਬਟ ਆਈ ਨਹੀਂ ਪਤਾ ਕਿਸ ਐਂਗਲ ਤੋਂ ਉਹ ਔਖੀ ਕਰਦੇ ਨੇ, ਜਾਂ ਕਿੰਨੇ ਕੁ ਉਹ ਫਿਲਟਰਸ ਲਾ ਦੇਣ ਕਿ ਜੇ ਤੁਸੀਂ ਸਪਾਊਸ ਵੀਜ਼ਾ ਲੈਣਾ ਤਾਂ ਇੰਨੇ ਫਿਲਟਰਸ, ਇੰਨੀਆਂ ਕਿ ਰਿਕੁਆਇਰਮੈਂਟਸ ਤੁਸੀਂ ਫੁਲਫਿਲ ਕਰਨੀ ਹੈ। ਉਹ ਚੀਜ਼ ਆਉਣੀ ਹਜੇ ਬਾਕੀ ਹੈ। ਇਹ ਚੀਜ਼ ਕਿਉਂ ਆਊਗੀ? ਕਿਉਂਕਿ ਆਪਾਂ ਕ੍ਰੈਡੀਬਿਲਿਟੀ ਆਪਦੀ ਜ਼ੀਰੋ ਕਰ ਲਈ। ਕ੍ਰੈਡੀਬਿਲਿਟੀ ਮਤਲਬ ਹੁਣ ਜੇ ਮੰਨ ਲਓ ਕੋਈ ਪੰਜਾਬ ਤੋਂ ਸਪਾਊਸ ਵੀਜ਼ੇ ਦਾ ਕੇਸ ਵੀਜ਼ਾ ਅਫਸਰ ਕੋਲੇ ਜਾਊਗਾ, ਹੈ ਨਾ, ਉਹਨੇ ਸ਼ੱਕ ਦੀ ਨਿਗਾਹ ਨਾਲ ਦੇਖਣਾ ਕਿ ਇਹਨਾਂ ਦੀ ਮੈਰਿਜ ਜੈਨੂਨ ਹੈ ਕਿ ਨਹੀਂ ਹੈ। ਹੁਣ ਇਹਦਾ ਇੰਪੈਕਟ ਚਾਹੇ 10% ਪੋਪੂਲੇਸ਼ਨ ਜਾਂ 10% ਕੇਸਿਸ ਇਹੋ ਜਿਹੇ ਫਰੋਡ ਮੈਰਿਜਿਸ ਜਾਂ ਕੌਂਟਰੈਕਟ ਮੈਰਿਜਿਸ ਦੇ ਹੁੰਦੇ, ਬਟ ਇੰਪੈਕਟ 100% ਕੇਸਿਸ 'ਤੇ ਜਾਊਗਾ। ਜਿਹੜੇ 90% ਜੈਨੂਨ ਜਾਂਦੇ ਆ ਉਹ ਵੀ ਸਫਰ ਕਰਨਗੇ ਇਸ ਚੀਜ਼ ਦੇ ਨਾਲ। ਸੋ ਆਪਾਂ ਨੂੰ ਇਹ ਕਿਸੇ ਵੀ ਤਰ੍ਹਾਂ ਨਾਲ ਪ੍ਰਮੋਟ ਨਹੀਂ ਕਰਨਾ ਚਾਹੀਦਾ ਆ, ਇਸ ਚੀਜ਼ ਤੋਂ ਆਪਾਂ ਨੂੰ ਬਚਣਾ ਚਾਹੀਦਾ। ਸੋ ਜੇ ਆਪਾਂ ਇਨ ਟੋਟੈਲਿਟੀ ਗੱਲ ਕਰੀਏ, ਡਾਈਵਰਸ ਇੰਪੈਕਟ ਆਉਣਗੇ, ਸੀਵੀਅਰ ਇੰਪੈਕਟਸ ਆਉਣਗੇ, ਠੀਕ ਹੈ, ਬਟ ਉਹ ਕੀ ਆਉਣਗੇ ਹਜੇ ਤੱਕ ਕੋਈ ਕਲੈਰਿਟੀ ਨਹੀਂ ਹੈ। ਹੁਣ ਲਾਸਟ 'ਤੇ ਆਪਾਂ ਗੱਲ ਕਰਦੇ ਹਾਂ ਕਿ ਜੀ ਆਪਾਂ ਨੂੰ ਕਰਨਾ ਕੀ ਚਾਹੀਦਾ। ਹੁਣ ਮੇਰੇ ਕੋਲ ਜਦੋਂ ਵੀ ਕੋਈ ਵੀ ਕੇਸ ਆਉਂਦਾ ਕਾਉਂਸਲਿੰਗ ਦੇ ਲਈ, ਠੀਕ ਹੈ, ਉਹਨਾਂ ਨੂੰ ਮੈਂ ਕੁਛ ਵੀ ਸੁਜੈਸਟ ਕਰਾਂ, ਬਟ ਮੈਂ ਕੌਂਟਰੈਕਟ ਮੈਰਿਜ ਕਦੇ ਰੈਫਰ ਨਹੀਂ ਕਰਦਾ। ਤੁਸੀਂ ਜੇ ਰਿਐਲਿਟੀ ਦੀ ਗੱਲ ਕਰਨੀ ਹੈ ਨਾ, ਜੇ ਮੰਨ ਲਓ ਇੱਥੋਂ ਤੱਕ ਕੇਸ ਇਹ ਇੰਨੇ ਕੁ ਓਪਨਲੀ ਹੁੰਦੇ ਹੈ, ਸਟ੍ਰੇਟ ਅਵੇ ਐਡਵਰਟੀਜ਼ਮੈਂਟਸ ਦਿੰਦੇ ਆ ਏਜੰਟਸ, ਜਾਂ ਸਟ੍ਰੇਟ ਅਵੇ ਆਪਦੇ ਜਿੰਨੇ ਵੀ ਨੈਟਵਰਕ ਹੁੰਦੇ ਉਹਨਾਂ ਨੂੰ ਕਹਿੰਦੇ ਆ ਕਿ ਬਾਈ ਸਾਡੇ ਕੋਲ ਮੁੰਡਾ ਹੈਗਾ, ਜੇ ਕੁੜੀ ਨੇ ਆਈਲੈਟਸ ਕੀਤੀ ਹੈ ਤਾਂ ਅਸੀਂ ਉਹਦਾ ਰਿਸ਼ਤਾ ਕਰਾ ਕੇ, ਤਾਂ ਮਤਲਬ ਏਜੰਟਸ ਕੋਲ ਰੋਜ਼ ਦੀ ਕਹਾਣੀ ਹੈ। ਠੀਕ ਹੈ, ਇੱਥੇ ਏਜੰਟਸ ਨੂੰ ਅਪਰੋਚ ਵੀ ਪੇਰੈਂਟਸ ਕਰਦੇ ਆ, ਹੈ ਨਾ। ਸੋ ਕਿਤੇ ਨਾ ਕਿਤੇ ਆਪਾਂ ਨੂੰ ਮਤਲਬ ਜੇ ਆਪਾਂ ਆਖੀਏ ਵੀ ਰੂਟ ਕੋਜ਼ ਇਹਦਾ ਘਰ ਹੈ, ਪੇਰੈਂਟਸ ਹੈ, ਬਈ ਬੱਚੇ ਨੂੰ ਤਾਂ ਇੰਨੀ ਸਮਝ ਨਹੀਂ ਹੁੰਦੀ, ਠੀਕ ਹੈ, ਪੇਰੈਂਟਸ ਐਨਕਰੇਜ ਕਰਦੇ ਆ। ਸੋ ਸਭ ਤੋਂ ਪਹਿਲਾਂ ਪੇਰੈਂਟਸ ਨੂੰ ਸਮਝਣਾ ਪਊਗਾ ਕਿ ਇਹ ਚੀਜ਼ ਗਲਤ ਹੈ, ਅਤੇ ਜੇ ਫਸਦੇ ਹੋ ਤੁਸੀਂ ਆਪਦੇ ਐਂ ਲਾ ਲਓ ਵੀ ਸਾਰੀ ਉਮਰ ਦੀ ਕਮਾਈ ਉਹਦੇ ਵਿੱਚ ਇਨਵੈਸਟ ਕਰ ਦਿੰਦੇ ਹੋ, ਹੈ ਨਾ, ਜਿਹੜਾ ਕਿ ਆਪਾਂ ਨੂੰ ਪਤਾ ਪਹਿਲੇ ਦਿਨੋਂ ਕਿ ਉਹ ਗਲਤ ਹੈ, ਉਹ ਇਲੀਗਲ ਹੈ, ਉਹ ਫਰੋਡ ਹੈ। ਫਿਰ ਆਪਾਂ ਰੋਂਦੇ ਹਾਂ ਕਿ ਜੀ ਸਾਡੇ ਨਾਲ ਇਹ ਹੋ ਗਿਆ, ਉਹ ਹੋ ਗਿਆ, ਹੈ ਨਾ, ਉਹ ਬਾਅਦ 'ਚ ਗੱਲਾਂ ਰਹਿ ਜਾਂਦੀਆਂ। ਹੁਣ ਦੂਸਰੀ ਚੀਜ਼ ਜਿਹੜੀ ਆ ਜਾਂਦੀ ਆ, ਹੁਣ ਜਿਵੇਂ ਕੁਛ ਲੋਕ ਕਹਿੰਦੇ ਆ ਕਿ ਮੰਨ ਲਓ ਉਹਨਾਂ ਤੋਂ ਆਇਲਸ ਨਹੀਂ ਹੁੰਦੀ। ਹੁਣ ਜਿਹੜਾ ਮੈਨੂੰ ਕੋਈ ਵੀ ਕਹੇ ਨਾ ਮੇਰੇ ਤੋਂ ਆਇਲਸ ਨਹੀਂ ਹੁੰਦੀ ਤਾਂ ਕਰਕੇ ਮੈਂ ਕੌਂਟਰੈਕਟ ਮੈਰਿਜ ਬਾਰੇ ਸੋਚ ਰਿਹਾ, ਮੈਂ ਉਹਨੂੰ ਇੱਕੋ ਗੱਲ ਕਹਿੰਦਾ ਕਿ ਯਾਰ ਜ਼ਿੰਦਗੀ ਵਿੱਚ ਕਦੇ ਵੀ ਮਤਲਬ ਜੇ ਤੁਸੀਂ ਸਰਕਸ 'ਤੇ ਗਏ ਹੋ, ਜੇ ਤੁਸੀਂ ਆਪ ਘਰੇ ਕਦੇ ਵੀ ਪੈਟ ਪਾਲਿਆ, ਹੈ ਨਾ, ਤੁਹਾਨੂੰ ਪਤਾ ਹੋਊਗਾ ਕਿ ਜਾਨਵਰ ਵੀ ਆਪਣੀ ਬੋਲੀ ਸਮਝਣ ਲੱਗ ਜਾਂਦੇ ਆ। ਕਿਵੇਂ ਸਮਝਦੇ ਆ, ਕਿਵੇਂ ਉਹਨਾਂ ਨੂੰ ਗੱਲ ਸਮਝ ਆਉਂਦੀ, ਉਹ ਆਪਣਾ ਮੈਟਰ ਨਹੀਂ ਹੈਗਾ। ਦਾ ਪੁਆਇੰਟ ਇਜ਼ ਕਿ ਤੁਹਾਨੂੰ ਰੱਬ ਨੇ ਵਿਵੇਕ ਦੀ ਤਾਕਤ ਬਖਸ਼ੀ ਹੈ, ਤੁਹਾਨੂੰ ਸਮਝ ਦਿੱਤੀ ਹੈ ਨਾ। ਜੇ ਤੁਸੀਂ ਮਿਹਨਤ ਕਰੋਗੇ, ਆਪਦਾ ਸਹੀ ਤਰੀਕੇ ਨਾਲ ਸਿੱਖਣ ਦੀ ਕੋਸ਼ਿਸ਼ ਕਰੋਗੇ, ਤੁਸੀਂ ਕਿਉਂ ਨਹੀਂ ਸਿੱਖ ਸਕਦੇ ਇੰਗਲਿਸ਼? ਕੋਈ ਐਡਾ ਇਹੋ ਜਿਹਾ ਐਗਜ਼ਾਮ ਥੋੜ੍ਹੀ ਹੈ ਕਿ ਮੰਨ ਲਓ UPSC ਦੇ ਪੇਪਰ ਵਾਂਗੂ ਹੈ ਕਿ ਲੱਖਾਂ 'ਚੋਂ ਇੱਕ ਜਣਾ ਪਾਸ ਹੋਊਗਾ, ਹੈ ਨਾ। ਸੋ ਉਹ ਇਸ ਤਰ੍ਹਾਂ ਦਾ ਐਗਜ਼ਾਮ ਇਹ ਨਹੀਂ ਹੈਗਾ। ਤੁਸੀਂ ਬਸ ਇਹ ਜ਼ਾਹਿਰ ਕਰਨਾ ਆਪਦੀ ਲੈਂਗੁਏਜ ਐਬਿਲਿਟੀ ਨੂੰ, ਪੜ੍ਹ ਸਕਦੇ ਹੋ, ਬੋਲ ਸਕਦੇ ਹੋ, ਸੁਣ ਸਕਦੇ ਹੋ, ਲਿਖ ਸਕਦੇ ਹੋ, ਬਸ ਇਹੀ ਆਇਲਸ ਹੈ। ਸੋ ਇਹਦੇ 'ਚ 6 ਇਵੈਂਟ ਲੈਣੇ ਕੋਈ ਐਡਾ ਔਖਾ ਨਹੀਂ ਹੈਗਾ। ਤੁਹਾਡਾ ਪਹਿਲੀ ਵਾਰੀ ਨਾ ਆਊ, ਦੂਜੀ ਵਾਰ ਆ ਜੂ, ਦੂਜੀ ਵਾਰ ਨਾ ਆਊ, ਤੀਜੀ ਵਾਰੀ ਆ ਜੂ, ਹੈ ਨਾ। ਮਿਹਨਤ ਕਰਦੇ ਰਹੋ ਤਾਂ ਤੁਹਾਡਾ ਐਡਾ ਇਹ ਟਾਰਗੇਟ ਹੈ ਨਹੀਂ ਕਿ ਅਚੀਵ ਹੀ ਨਾ ਕਰ ਸਕੋ।
ਹੁਣ ਇਥੋਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਵੀਡੀਓ ਨੂੰ ਜ਼ਿਆਦਾ ਨਾ ਲੰਬਾ ਕਰਦੇ ਹੋਏ। ਮੇਰੇ ਕੋਲ ਥੋੜ੍ਹੇ ਦਿਨ ਪਹਿਲਾਂ ਇੱਕ ਕੇਸ ਆਇਆ, ਉਸ ਸਟੂਡੈਂਟ ਦੀ ਵਧੀਆ ਸਟੱਡੀ ਸੀਗੀ, ਠੀਕ ਹੈ ਜੀ, ਬੈਚਲਰ ਕੀਤੀ ਹੋਈ ਸੀ ਉਹਨੇ, ਅਤੇ ਉਹ ਤੋਂ ਬਾਅਦ 'ਚੋਂ ਉਹ US ਵੀ ਰਿਹਾ ਥੋੜ੍ਹਾ ਚਿਰ, ਫਿਰ ਉਹ ਮਾਲਦੀਵਸ 'ਚ ਵੀ ਰਿਹਾ ਹੈ ਨਾ। ਫਿਰ ਉਹ ਮਤਲਬ ਉਹਨੇ ਬਿਜ਼ਨਸ ਸਟਾਰਟ ਕਰ ਲਿਆ, ਅਤੇ ਬਿਜ਼ਨਸ ਦਾ ਉਹਦੇ ਕੋਲ ਕੋਈ ਪ੍ਰੂਫ ਹੈ ਨਹੀਂ ਸੀ। ਜਿਵੇਂ 6 ਮਹੀਨੇ ਸਾਲ ਉਹਨੇ ਬਿਜ਼ਨਸ ਕੀਤਾ ਸੀ, ਉਹਦਾ ਕੋਈ ਪ੍ਰੂਫ ਨਹੀਂ ਸੀ। ਸੋ ਅਕੋਰਡਿੰਗ ਟੂ ਹਿਜ਼ ਪ੍ਰੋਫਾਈਲ ਹੈ ਨਾ, ਉਹ PR ਲਈ ਐਲੀਜੀਬਲ ਹੋ ਹੀ ਨਹੀਂ ਰਿਹਾ ਸੀ ਕਿਸੇ ਵੀ ਐਂਗਲ ਤੋਂ। ਸੋ ਉਹਦੇ ਲਈ ਜੋ ਤਰੀਕਾ ਪੋਸੀਬਲ ਸੀਗਾ ਉਹ ਸਟੂਡੈਂਟ ਵੀਜ਼ਾ ਸੀ। ਅੱਜ ਤੋਂ ਪਹਿਲਾਂ ਉਹਨੂੰ ਮੈਂ ਸਟੂਡੈਂਟ ਵੀਜ਼ੇ ਬਾਰੇ ਗੱਲ ਕਰਦਾ, ਜਾਂ ਮੈਂ ਗੈਪਸ ਕਵਰ ਕਰਨ ਬਾਰੇ ਉਹਨੂੰ ਦੱਸਦਾ ਵੀ ਆਪਾਂ ਵਾਟ ਕੁਡ ਬੀ ਆਵਰ ਆਲਟਰਨੇਟਿਵਸ, ਹੈ ਨਾ, ਕਿ ਆਪਾਂ ਗੈਪ ਨੂੰ ਕਿਵੇਂ ਜਸਟੀਫਾਈ ਕਰ ਸਕਦੇ ਹਾਂ। ਉਹ ਮੈਨੂੰ ਸਟ੍ਰੇਟ ਅਵੇ ਕੁਐਸਚਨ ਕਰਦਾ, ਕਹਿੰਦਾ ਸਰ ਮੇਰੇ ਵਾਸਤੇ ਸਪਾਊਸ ਵੀਜ਼ਾ ਕਿਵੇਂ ਰਹੂਗਾ। ਮੈਂ ਕਿਹਾ ਮੈਰਿਡ ਹਾਂ ਤੂੰ? ਕਹਿੰਦਾ ਜੀ ਨਹੀਂ ਹੈਗਾ ਮੈਂ। ਸੋ ਮਤਲਬ ਕੌਂਟਰੈਕਟ ਮੈਰਿਜ ਕਰੂਗਾ, ਹੈ ਨਾ। ਸੋ ਉਹਦੇ ਲਈ ਉਹੀ ਤਰੀਕਾ ਹੋ ਸਕਦਾ ਕਿ ਕੌਂਟਰੈਕਟ ਮੈਰਿਜ ਕਰੇ, ਜਾਂ ਮਤਲਬ ਰਿਸ਼ਤਾ ਭਾਲੇ ਇਸ ਐਂਗਲ ਤੋਂ ਕਿ ਮੈਨੂੰ ਕੁੜੀ ਬਾਹਰ ਲੈ ਜਾਵੇ, ਨਾ ਕਿ ਇਸ ਐਂਗਲ ਤੋਂ ਜਿਵੇਂ ਕਿ ਆਪਣੇ ਬਜ਼ੁਰਗ ਭਾਲਦੇ ਹੁੰਦੇ ਸੀ ਘਰ ਬਾਹਰ ਦੇਖਣਾ ਹੈ ਕੁਛ ਵੀ, ਹੈ ਨਾ। ਸੋ ਜਦੋਂ ਆਪਾਂ ਇਸ ਐਂਗਲ ਤੋਂ ਕੌਂਟਰੈਕਟ ਮੈਰਿਜ ਦੇ ਐਂਗਲ ਤੋਂ ਵਿਆਹ ਕਰਦੇ ਹਾਂ, ਅਤੇ ਆਪਾਂ ਸੋਚਦੇ ਹਾਂ ਕਿ ਸਾਡਾ ਫਿਊਚਰ ਕਿਹੋ ਜਿਹਾ ਹੋਊਗਾ, ਸਾਡਾ ਫਿਊਚਰ ਸਿਕਿਉਰ ਰਵੇ, ਕੁੜੀ ਸਹੀ ਨਿਕਲੇ, ਉਹ 100% ਨਹੀਂ ਹੋ ਸਕਦਾ ਤੁਹਾਡਾ, ਅਤੇ ਬਾਅਦ 'ਚ ਪਛਤਾਉਣ ਦਾ ਵੀ ਕੋਈ ਫਾਇਦਾ ਨਹੀਂ, ਠੀਕ ਹੈ। ਸੋ ਐਂਡ ਆਫ ਦਾ ਡੇ ਸੋਲਿਊਸ਼ਨ ਇਹ ਨਿਕਲਦਾ ਹੁੰਦਾ ਕਿ ਤੁਸੀਂ ਆਪਦੇ ਕੇਸ 'ਤੇ ਆਪ ਮਿਹਨਤ ਕਰੋ। ਤੁਸੀਂ ਕੋਈ ਦੂਸਰੀ ਕੰਟਰੀ ਰਾਹੀਂ ਪਾਥਵੇ ਲੈ ਸਕਦੇ ਹੋ, ਠੀਕ ਹੈ, ਜਾਂ ਤੁਸੀਂ ਕੋਈ ਹੋਰ ਆਲਟਰਨੇਟਿਵ ਲੈ ਸਕਦੇ ਹੋ। ਮਤਲਬ ਇੱਕ ਲੀਗਲ ਐਂਗਲ ਦੇ ਵਿੱਚ ਰਹਿ ਕੇ ਤੁਸੀਂ ਆਪਦੀ ਫਾਈਲ 'ਤੇ ਕੰਮ ਕਰੋ, ਫਿਰ ਤੁਸੀਂ ਆਪਦਾ ਕੈਨੇਡਾ ਦਾ ਸੁਪਨਾ ਪੂਰਾ ਕਰੋ, ਉਹ ਚੀਜ਼ ਸਹੀ ਹੈ। ਬਾਕੀ ਜੇ ਕੈਨੇਡਾ ਨਹੀਂ ਬਣਦਾ ਤੁਹਾਡਾ, ਇੱਕ ਵਾਰ ਤੁਸੀਂ ਦੂਸਰੀ ਕੰਟਰੀ ਵਿੱਚ ਵੀ ਜਾ ਕੇ ਕਰਕੇ, ਅਤੇ ਉਦੋਂ ਬਾਅਦ 'ਚੋਂ ਉੱਥੋਂ ਤੁਸੀਂ ਕੈਨੇਡਾ ਲਈ ਅਪਲਾਈ ਕਰ ਸਕਦੇ ਹੋ। ਉਹ ਵੀ ਇੱਕ ਬਹੁਤ ਵਧੀਆ ਆਪਸ਼ਨ ਹੈ ਜੇ ਤੁਹਾਡਾ ਬਣ ਜਾਂਦਾ। ਹੁਣ ਮਿਸਾਲ ਦੇ ਤੌਰ 'ਤੇ ਮੰਨ ਲਓ ਤੁਹਾਡਾ ਗੈਪ ਦਾ ਇਸ਼ੂ ਕੈਨੇਡਾ ਦੇ ਵਿੱਚ ਹੈ, ਬਟ ਗੈਪ ਦਾ ਇਸ਼ੂ UK ਦੇ ਵਿੱਚ ਨਹੀਂ ਚੱਲਦਾ, ਠੀਕ ਹੈ। ਮੰਨ ਲਓ ਤੁਹਾਡੀ ਫਾਈਲ ਜੋ ਹੈ ਉਹ UK ਲਈ ਐਲੀਜੀਬਲ ਬਣਦੀ ਹੈ, ਤੁਸੀਂ ਪਹਿਲਾਂ UK ਜਾ ਵੜੋ, ਉੱਥੇ ਆਪਦੀ 2 ਸਾਲ ਦੀ ਸਟੱਡੀ ਕਰੋ। ਇੰਨੇ 'ਚ ਨਾਲੇ ਤੁਹਾਨੂੰ ਥੋੜ੍ਹਾ ਬਹੁਤ ਵਰਕ ਐਕਸਪੀਰੀਅੰਸ ਤੁਹਾਡਾ ਗੇਨ ਹੋ ਜਾਊਗਾ ਇੰਟਰਨੈਸ਼ਨਲ ਲੈਵਲ ਦਾ, ਹੈ ਨਾ। ਸੋ ਇੰਸਟੈਡ ਆਫ ਕਮਿੰਗ ਬੈਕ ਟੂ ਇੰਡੀਆ, ਵਟ ਯੂ ਕੈਨ ਡੂ ਇਜ਼ ਤੁਸੀਂ ਸਿੱਧਾ UK ਤੋਂ ਕੈਨੇਡਾ ਲਈ ਅਪਲਾਈ ਕਰ ਦਿਓ। ਹੋ ਸਕਦਾ ਤੁਹਾਡੀ PR ਐਲੀਜੀਬਿਲਟੀ ਸਿੱਧੀ ਬਣ ਜੇ, ਜਾਂ ਹੋ ਸਕਦਾ ਤੁਹਾਡਾ ਵਰਕ ਵੀਜ਼ਾ ਉੱਥੋਂ ਸੌਖਾ ਲੱਗ ਜੇ, ਹੈ ਨਾ, ਕਿਉਂਕਿ ਤੁਹਾਡਾ UK ਵਿੱਚ ਹੈਗਾ। ਜੇ ਤੁਹਾਡਾ ਵਰਕ ਵੀਜ਼ਾ ਵੀ ਨਹੀਂ ਲੱਗਦਾ, ਜੇ ਤੁਸੀਂ ਬੈਚਲਰ ਕੀਤੀ ਹੈ UK ਦੇ ਵਿੱਚ, ਤੁਸੀਂ ਮਾਸਟਰਸ ਕੈਨੇਡਾ ਕਰ ਸਕਦੇ ਹੋ, ਹੈ ਨਾ। ਜੇ ਤੁਸੀਂ ਮਾਸਟਰਸ ਕੈਨੇਡਾ ਕਰ ਲਈ, ਤੁਹਾਡਾ PR ਦਾ ਈਜ਼ੀਲੀ ਕਵਰ ਅਪ ਹੋ ਜਾਊਗਾ। ਸੋ ਆਪਾਂ ਨੂੰ ਇਸ ਤਰ੍ਹਾਂ ਨਾਲ ਅਲਟਰਨੇਟਿਵਸ 'ਤੇ ਕੰਮ ਕਰਨਾ ਚਾਹੀਦਾ, ਰੈਦਰ ਦੈਨ ਕਿਸੇ ਇਲੀਗਲ ਚੀਜ਼ ਨੂੰ ਪ੍ਰਮੋਟ ਕਰਨ ਦੇ ਲਈ, ਹੈ ਨਾ, ਆਪਾਂ ਜਾਈਏ, ਉਹ ਚੀਜ਼ ਗਲਤ ਹੈ। ਅਤੇ ਮੈਂ ਨਹੀਂ ਸਮਝਦਾ ਬਈ ਜਿੱਦਾਂ ਮਰਜ਼ੀ ਤਕੜਾ ਵਕੀਲ ਹੈ, ਕੋਈ ਏਜੰਟ ਹੈ, ਜੇ ਉਹ ਇਲੀਗਲ ਚੀਜ਼ਾਂ ਨੂੰ ਪ੍ਰਮੋਟ ਕਰਦਾ, ਉਹਦੀ ਸਿਆਣਪ ਹੈ ਕੋਈ। ਉਦੋਂ ਵੱਡੀ ਮੂਰਖਤਾ ਪੇਰੈਂਟਸ ਦੀ ਹੈ ਜਿਹੜੀ ਉਸ ਚੀਜ਼ ਨੂੰ ਐਗਰੀ ਕਰ ਜਾਂਦੇ ਆ। ਜੇ ਤੁਸੀਂ ਖਰਚੇ ਦੀ, ਆਪਾਂ ਚਲੋ ਖਰਚੇ ਦੀ ਗੱਲ ਕਰ ਲੈਂਦੇ ਹਾਂ, ਹੈ ਨਾ, ਬਈ ਆਪਣਾ ਜੇ ਮੰਨ ਲਓ ਤੁਸੀਂ ਫਰੋਡ ਮੈਰਿਜ ਦੇ ਵਿੱਚ 25-30 ਲੱਖ ਲਾਉਣ ਨੂੰ ਤਿਆਰ ਹੋ ਜਾਂਦੇ ਹੋ, ਬਟ ਜੇ ਤੁਹਾਡਾ ਬੱਚਾ UK ਲਈ ਜਾਣਾ ਚਾਹੁੰਦਾ, ਤਾਂ ਉੱਥੇ ਮੈਂ ਨਹੀਂ ਸਮਝਦਾ ਕਿ ਇਸ ਤੋਂ ਵੱਧ ਉੱਥੇ ਵੀ ਕੋਈ ਖਰਚਾ ਆਉਣਾ, ਹੈ ਨਾ। ਤੁਸੀਂ ਇਲੀਗਲ ਚੀਜ਼ 'ਤੇ 25-30 ਲੱਖ ਲਾਉਣ ਦੀ ਬਜਾਏ ਲੀਗਲ ਚੀਜ਼ 'ਤੇ 25-30 ਲੱਖ ਲਾ ਲਓ, ਉਹ ਜ਼ਿਆਦਾ ਬੈਨੀਫਿਟ ਹੈ ਪੈਸੇ ਦੀ, ਜਿਨ੍ਹਾਂ ਕੋਲ ਪੈਸੇ ਹੈ ਨਹੀਂ। ਦੇਖੋ, ਜੇ ਤੁਸੀਂ ਫਾਈਨੈਂਸ਼ੀਅਲੀ ਅਫੋਰਡ ਨਹੀਂ ਕਰ ਸਕਦੇ, ਜਿਹੜਾ ਕਿ ਇੱਕ ਕੜਵੀ ਸੱਚਾਈ ਹੈ, ਭੁੱਲ ਕੇ ਵੀ ਬਾਹਰ ਨਾ ਜਾਓ, ਠੀਕ ਹੈ, ਜੋ ਇੱਕ ਜੈਨੂਇਨ ਸਲਾਹ ਹੁੰਦੀ ਹੈ। ਬਾਹਰ ਕਿਉਂ ਨਾ ਜਾਓ, ਕਿਉਂਕਿ ਜੇ ਤੁਸੀਂ ਸਟੱਡੀ ਬੇਸ 'ਤੇ ਜਾ ਰਹੇ ਹੋ, ਬਹੁਤ ਜ਼ਿਆਦਾ ਖਰਚਾ ਹੁੰਦਾ, ਠੀਕ ਹੈ। ਇੰਡੀਆ ਨਾਲੋਂ ਤੁਸੀਂ ਐਂ ਲਾ ਲਓ ਵੀ 50-60 ਗੁਣਾ ਪੈਸੇ ਵੱਧ ਜਾਂਦੇ ਹੈ। ਜਿਵੇਂ ਮੰਨ ਲਓ ਆਪਣਾ 50-60 ਰੁਪਏ ਉਹਨਾਂ ਦਾ $1 ਬਣਦਾ, ਹੈ ਨਾ। ਫਿਰ ਆਪਣੇ ਲੋਕ ਕੀ ਕਰਦੇ, ਜੇ ਮੰਨ ਲਓ ਉੱਥੇ ਸਬਜ਼ੀ ਵੀ ਲੈਣੀ, ਉਹ ਵੀ ਰੁਪਈਏ 'ਚ ਕਨਵਰਟ ਕਰ ਐਵੇਂ ਝੁਰੀ ਜਾਣਗੇ ਕਿ 250 ਰੁਪਏ ਦਾ ਗੋਭੀ ਦਾ ਫੁੱਲ ਹੈ, ਹੈ ਨਾ। ਸੋ ਇਹ ਚੀਜ਼ਾਂ ਤੁਸੀਂ ਪ੍ਰੀ ਪਲਾਨ ਕਰਕੇ ਜਾਣਾ ਹੁੰਦਾ, ਕਿ ਤੁਹਾਨੂੰ ਇਹ ਚੀਜ਼ ਪਤਾ ਹੋਵੇ ਕਿ ਜਿਹੜੀ ਕੰਟਰੀ ਤੁਸੀਂ ਜਾ ਰਹੇ ਹੋ ਉੱਥੇ ਕਰੰਸੀ ਇੰਨੀ ਮਹਿੰਗੀ ਹੈਗੀ ਹੈ, ਅਤੇ ਤੁਸੀਂ ਫਾਈਨੈਂਸ਼ੀਅਲੀ ਉਹਨੂੰ ਨਹੀਂ ਅਫੋਰਡ ਕਰ ਸਕਦੇ। ਉਹਦੇ ਨਾਲ ਕੀ ਹੋਊਗਾ, ਤੁਸੀਂ ਇਲੀਗਲ ਕੰਮ ਕਰੋਗੇ। ਇਲੀਗਲ ਮਤਲਬ 20 ਘੰਟੇ ਹਫਤੇ ਦੇ ਅਲਾਉਡ ਹੁੰਦੇ ਆ, ਹੈ ਨਾ। ਤੁਸੀਂ ਉੱਥੇ 40-40, 50-50 ਘੰਟੇ 2 ਨੰਬਰ 'ਚ ਕੰਮ ਕਰੋਗੇ। ਜੇ ਉੱਥੇ ਫੜੇ ਗਏ ਤਾਂ ਸਿੱਧਾ ਡਿਪੋਰਟ ਜਾਂ ਵੀਜ਼ਾ ਕੈਂਸਲ ਹੈ, ਹੈ ਨਾ। ਸੋ ਉਹ ਚੀਜ਼ ਵੀ ਗਲਤ ਹੈ, ਤੁਹਾਡਾ ਫਿਰ ਸਾਰੀ ਕੀਤੀ ਕਰਾਈ ਮਿਹਨਤ 'ਤੇ ਪਾਣੀ ਹੈ।
ਜੇ ਤੁਸੀਂ ਫਾਈਨੈਂਸ਼ੀਅਲੀ ਇਹਨੂੰ ਅਫੋਰਡ ਕੰਟਰੀ ਨੂੰ ਕਰ ਹੀ ਨਹੀਂ ਸਕਦੇ ਯਾਰ, ਤੁਸੀਂ ਨਾ ਜਾਓ। ਤੁਹਾਡੇ ਲਈ ਬੈਸਟ ਆਪਸ਼ਨ ਇਹ ਹੈ। ਤੁਹਾਡੇ ਲਈ ਅਲਟਰਨੇਟਿਵ ਕੀ ਹੈ ਕਿ ਤੁਸੀਂ ਇੰਡੀਆ ਵਿੱਚ ਰਹਿ ਕੇ ਕੋਈ ਕੰਮ ਸਿੱਖੋ, ਉਹਦੇ ਵਿੱਚ ਤੁਸੀਂ ਮਿਹਨਤ ਕਰੋ, ਠੀਕ ਹੈ, ਤੇ ਉਦੋਂ ਬਾਅਦ 'ਚ ਤੁਸੀਂ ਆਪਦਾ ਵਰਕ ਪਰਮਿਟ ਅਪਲਾਈ ਕਰ ਲਓ, ਜਾਂ ਤੁਸੀਂ ਹੋ ਸਕਦਾ ਸਿੱਧੀ PR ਤੁਹਾਡੀ ਲੱਗ ਜੇ। ਦੂਸਰਾ ਅਲਟਰਨੇਟਿਵ ਇਹ ਹੈ ਕਿ ਮੰਨ ਲਓ ਤੁਸੀਂ ਪੜ੍ਹਾਈ ਦੇ ਵਿੱਚ ਜੇ ਇੰਨੇ ਸਟਰੋਂਗ ਹੋ ਤਾਂ ਹੋ ਸਕਦਾ ਤੁਹਾਨੂੰ ਕੈਨੇਡਾ ਦੀ ਕੋਈ ਯੂਨੀਵਰਸਿਟੀ ਸਪੋਂਸਰ ਕਰਕੇ ਤੁਹਾਨੂੰ ਉੱਥੇ ਬੁਲਾ ਲੇ। ਤਾਂ ਉਹ ਡਿਪੈਂਡ ਕਰਦਾ ਯੂਨੀਵਰਸਿਟੀ 'ਤੇ ਤੁਹਾਡੇ ਮਤਲਬ ਅਕੈਡਮਿਕਸ 'ਤੇ ਕਿ ਕਿੰਨੀ ਸਕੋਲਰਸ਼ਿਪ ਮਿਲਦੀ ਆ। ਹੋ ਸਕਦਾ ਤੁਹਾਡੀ ਡਿਗਰੀ ਜੋ ਹੈ ਮੁਫਤ ਦੇ ਭਾਅ ਹੋ ਜੇ। ਸੋ ਦੂਸਰਾ ਅਲਟਰਨੇਟਿਵ ਇਹ ਹੈ, ਮਤਲਬ ਇੱਕ ਹਮੇਸ਼ਾ ਕ੍ਰੀਏਟਿਵ ਵੇ ਸੋਚੋ ਰੈਦਰ ਦੈਨ ਕਿ ਆਪਾਂ ਇਲੀਗਲ ਨੂੰ ਪ੍ਰਮੋਟ ਕਰੀਏ, ਇੱਕ ਸ਼ਾਰਟਕਟ ਭਾਲੀਏ। ਸ਼ਾਰਟਕਟ ਆਪਾਂ ਨੂੰ ਕਿਤੇ ਨਹੀਂ ਲੈ ਕੇ ਜਾਂਦਾ, ਆਪਣਾ ਹਮੇਸ਼ਾ ਨੁਕਸਾਨ ਹੋਊਗਾ। ਸੋ ਇਹ ਸੀਗਾ ਜੀ ਅੱਜ ਦਾ ਵੀਡੀਓ। ਆਈ ਹੋਪ ਵੀਡੀਓ ਵਧੀਆ ਲੱਗਿਆ ਹੋਊਗਾ। ਵੀਡੀਓ ਵਧੀਆ ਲੱਗਿਆ ਹੋਵੇ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਣਾ। ਜੇ ਕੋਈ ਡਾਊਟ ਹੈ, ਕੁਐਸਚਨ ਹੈ, ਕਮੈਂਟ ਕਰਕੇ ਪੁੱਛੋ, ਮੈਂ ਉਹਦਾ ਆਨਸਰ ਕਰੂੰਗਾ। ਤੇ ਜੇ ਮੈਨੂੰ ਲੱਗਿਆ ਤਾਂ ਮੈਂ ਵੀਡੀਓ ਵੀ ਬਣਾ ਕੇ ਦਊਂਗਾ। ਵੀਡੀਓ ਦੇਖਣ ਲਈ ਥੈਂਕ ਯੂ ਐਂਡ ਟੇਕ ਕੇਅਰ ਜੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।